एक 240 है, 260 है, 385 है, इन्हों चलन देन बकाया इन्होंने 350 कढ़िया वह भी नाकाम, 360 कढ़िया वह भी नाकाम, डिलैक्स कढ़िया वह भी नाकाम, 75 वह भी नाकाम, 235 ਜਿਹੜਾ ਉਹਨੂੰ ਵੀ ਕਿਸੇ ਨੇ ਪੁੱਛਿਆ ਕਿ ਹੈ ਵੀ ਕਿ ਨਹੀਂ ਹੈਗਾ। तो ਹੁਣ ਕੋਈ ਨਹੀਂ ਏਡੀ ਗਈ। ਹੁਣ ਜ਼ਿਆਦਾ ਲੋਕ ਕਹਿ ਰਹੇ ਨੇ ਕਿ ਇੰਜਨ ਜਿਹੜਾ ਨਾ ਕਿ ਸਾਨੂੰ ਜਦੀਦ ਚਾਹੀਦਾ। ਜਿਵੇਂ ਡਿਲੈਕਸ ਲਾਇਆ ਇਹਨਾਂ ਨੇ ਇੰਜਨ ਉਹ ਕੀਤਾ ਫੇਲ ਹੋ ਗਿਆ, ਬੰਦਾ ਪੁੱਛਦਾ ਹੀ ਕੋਈ ਨਹੀਂ ਪਿਆ ਡਿਲੈਕਸ ਨੂੰ। ਟਰੈਕਟਰ ਚਾਹੀਦਾ ਡੀਜ਼ਲ ਦੀ ਬਚਤ ਵਾਲਾ ਜੀ, ਸਾਨੂੰ ਟਰੈਕਟਰ ਚਾਹੀਦਾ ਜਿਹੜਾ ਗਰਮ ਨਾ ਹੋਵੇ, ਸਾਨੂੰ ਟਰੈਕਟਰ ਚਾਹੀਦਾ ਜਿਹੜਾ ਡਰਾਈਵਰ ਨੂੰ ਕੰਫਰਟੇਬਲ ਹੋਵੇ ਜੀ ਜੀ, ਸਾਨੂੰ ਟਰੈਕਟਰ ਚਾਹੀਦਾ ਜਿਹੜਾ ਟਾਈਮ ਦੀ ਵੀ ਬਚਤ ਕਰੇ। अस्सलाम वालेकुम दोस्तों, अपना चैनल पीके यूट्यूब चैनल च खुश आमदीद। दोस्तों अज असीं मौजूद हां लाहौर ट्रैक्टर मार्केट दे विच। मेरे नाल मौजूद है जी आसिफ खिची साहब, साडी बरादरी है ते बरादरी नूं असीं बड़ा ही प्यार करते हैं। वेलकम टू लाहौर मार्केट। अच्छा जी खिची साहब, माशाअल्लाह अज तुसीं आए हो ते उंज हनेरा हो गया, दिन शाम दा हो गया, लेकिन मैं ना चाहते सवाल ही मेरे मैं चलो भरा ना करांगे जी। पिछे जे कंपनी ने तब्दीलियां कीतियां 2025 मॉडल दे विच। खिची साहब स्पैशली आए ने जी दीपालपुर तो, कहते चलो मैं ट्रैक्टर देख के आवां। हाँ जी, इन्हां इलाके 25 मॉडल वाला ट्रैक्टर नहीं गया तब्दीलियां वाला, ते कहते चलो मार्केट ही मैं चक्कर ला के देख के आवां ते वीडियो बना के। खिची साहब नूं ये तब्दीलियां कैसियां लगियां? खिची साहब दसो फिर तब्दीलियां तुसीं चैक कीतियां। पिछे साडे 260 है भी 25 मॉडल है, पिछे तुसीं 85 भी देखिया, इधर भी खड़े ने 24 मॉडल भी खड़े ने, 23 भी खड़े ने। कुछ चीज़ां तां मैनूं आ के वेख के लगियां चंगियां जी जी, ਤੇ ਕੁਝ ਚੀਜ਼ਾਂ ਮੈਨੂੰ ਐਵੇਂ ਫालतू ਹੀ ਲੱਗੀਆਂ ਨੇ ਜੀ ਜੀ। ਇਹ ਪੈਸੇ ਕਿਸੇ ਹੋਰ ਜਗ੍ਹਾ ਤੇ ਇਹਨਾਂ ਨੂੰ ਲਾਉਣੇ ਚਾਹੀਦੇ ਆ, ਜਿਹੜੇ ਇਹਨਾਂ ਐਵੇਂ ਜਿਹੜਾ ਉੱਤੇ ਲਾ ਦਿੱਤੇ ਨੇ, ਥੇਪੜ ਦਿੱਤੇ ਨੇ। ਠੀਕ ਹੋ ਗਿਆ। ਤੇ ਉਹਨਾਂ ਦੇ ਵਿੱਚ ਕੁਝ ਚੀਜ਼ਾਂ ਤਾਂ ਐਸੀਆਂ ਨੇ ਵੀ ਮੈਂ ਤਕਰੀਬਨ ਹਰ ਵੀਡੀਓ ਦੇ ਵਿੱਚ ਕਹਿੰਦਾ ਸੀ ਵੀ ਇਹ ਚੀਜ਼ ਬਦਲਣੀ ਚਾਹੀਦੀ ਹੈ, ਤੇ ਉਹਨਾਂ ਨੇ ਉਹ ਚੀਜ਼ ਬਦਲੀ ਹੈ ਤੇ ਉਹਦੀ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਉਹ ਚੀਜ਼ਾਂ ਅਸੀਂ ਆਦੇ ਪੱਲੋਂ ਖਰਚ ਪੈਸੇ ਲਾ ਕੇ ਤੇ ਉਹ ਲਗਾਉਂਦੇ ਸੀ, ਉਹ ਸਾਨੂੰ ਮਿਲਤ ਨੇ ਲਾ ਕੇ ਦੇ ਦਿੱਤੀਆਂ ਨੇ। ਉਹਨਾਂ ਬੜਾ ਚੰਗਾ ਕੀਤਾ ਹੈ ਜੀ ਜੀ। ਬਕਾਇਆ ਹੁਣ ਸਾਡੇ ਜਿਹੜੇ ਕਿਸਾਨ ਨੇ ਉਹ ਬੜੇ ਸਮਝਦਾਰ ਹੋ ਗਏ ਨੇ, ਤੇ ਸਮਝਦਾਰ ਹੋਏ ਨੇ ਆਪਣੇ ਰੰਗੇ ਯੂਟਿਊਬਰਾਂ ਦੀ ਵਜ੍ਹਾ ਤੋਂ। ਬਿਲਕੁਲ ਇਹਨਾਂ ਨੇ ਲੋਕਾਂ ਨੂੰ ਸਿਖਾ ਦਿੱਤਾ ਹੈ, ਵਿਖਾ ਦਿੱਤਾ ਹੈ, ਸਮਝਾ ਦਿੱਤਾ ਹੈ ਕਿ ਸਾਨੂੰ ਕਿਸਾਨਾਂ ਨੂੰ ਟਰੈਕਟਰ ਹੁਣ ਕਿਵੇਂ ਦੇ ਚਾਹੀਦੇ ਨੇ। ਸਾਡੇ ਕਿਸਾਨ ਹੁਣ ਜਾਣਦੇ ਨੇ ਕਿ ਸਾਨੂੰ ਟਰੈਕਟਰ ਚਾਹੀਦਾ ਡੀਜ਼ਲ ਦੀ ਬਚਤ ਵਾਲਾ ਜੀ, ਸਾਨੂੰ ਟਰੈਕਟਰ ਚਾਹੀਦਾ ਜਿਹੜਾ ਗਰਮ ਨਾ ਹੋਵੇ, ਸਾਨੂੰ ਟਰੈਕਟਰ ਚਾਹੀਦਾ ਜਿਹੜਾ ਡਰਾਈਵਰ ਨੂੰ ਕੰਫਰਟੇਬਲ ਹੋਵੇ ਜੀ ਜੀ, ਸਾਨੂੰ ਟਰੈਕਟਰ ਚਾਹੀਦਾ ਜਿਹੜਾ ਟਾਈਮ ਦੀ ਵੀ ਬਚਤ ਕਰੇ। ਬਿਲਕੁਲ ਠੀਕ ਹੈ ਨਾ ਜੀ ਜੀ। ਹੁਣ ਲੋਕ ਇਹਦੇ ਵਿੱਚ ਚੇਂਜਿੰਗ ਮੰਗਦੇ ਨੇ, ਬਲਕਿ ਹਰ ਟਰੈਕਟਰ ਵਿੱਚ ਚੇਂਜਿੰਗ ਮੰਗਦੇ ਨੇ ਕਿ ਇਹਦਾ ਇੰਜਨ ਤਬਦੀਲ ਹੋਣਾ ਚਾਹੀਦਾ, ਇਹਦੀ ਟਰਾਂਸਮਿਸ਼ਨ ਚੇਂਜ ਹੋਣੀ ਚਾਹੀਦੀ ਹੈ, ਪੀਟੀਓ ਦੀਆਂ 2 ਸਪੀਡਾਂ ਹੋਣੀਆਂ ਚਾਹੀਦੀਆਂ ਨੇ। ਠੀਕ ਹੋ ਗਿਆ। ਤੇ ਇਸ ਤਰੀਕੇ ਕਾਫੀ ਹੋਰ ਵੀ ਚੇਂਜਿੰਗ ਨੇ ਜਿਹੜਾ ਆਪਾਂ ਦੱਸ ਸਕਦੇ ਹਾਂ। ਬਾਕੀ ਇਹਨਾਂ ਨੇ ਜਨਾਬ ਇਹ ਚੁਟਕੀਆਂ ਤਬਦੀਲ ਕੀਤੀਆਂ ਨੇ ਜੀ ਜੀ, ਇਹ ਚੰਗਾ ਕੰਮ ਇਹਨਾਂ ਕੀਤਾ ਹੈ। ਠੀਕ ਹੋ ਗਿਆ। ਕਿਉਂਕਿ ਜਿਹੜੀਆਂ ਛੋਟੀਆਂ ਹੈਗੀਆਂ ਸੀ ਨਾ, ਉਹਨਾਂ ਨੂੰ ਉਹ ਬੰਦ ਕਰਨਾ ਤੇ ਖੋਲਣਾ ਬੜਾ ਮੁਸ਼ਕਲ ਹੁੰਦਾ ਸੀ। ਇਹ ਤੇ ਬਿਲਕੁਲ ਆਰਾਮਦੇਹ ਹੋ ਗਿਆ ਨਾ। ਕਈ ਜਗ੍ਹਾ ਤੇ ਤਾਂ ਜਨਾਬ ਪਲਾਸ ਲੈ ਕੇ ਜਾਂ ਰੈਂਚ ਲੈ ਕੇ ਤੇ ਚੱਕ ਪਾ ਕੇ ਤੇ ਇਹਨਾਂ ਨੂੰ ਖੋਲਣਾ ਜੜਨਾ ਪੈਂਦਾ, ਟੁੱਟ ਜਾਂਦੀ ਸੀ ਜੀ ਜੀ। ਬਾਕੀ ਹੁਣ ਇਹ ਹੈਂਡ ਪਲਾਸ ਕੱਢਦੀਆਂ, ਇਹਨਾਂ ਨੂੰ ਚਾਹੀਦਾ ਵੀ ਪਹਿਲੇ ਮਾਡਲਾਂ ਨੂੰ ਸਿਲਵਰ ਦੀਆਂ ਆਉਂਦੀਆਂ ਰਹੀਆਂ ਤੇ ਸਿਲਵਰ ਦੀਆਂ ਲਾ ਦੇ, ਵੀ ਮੋ ਟੁੱਟਣ ਵਾਲੀ ਗੱਲ ਕੋਈ ਨਹੀਂ ਹੋਣੀ ਆਈ। ਅਗਰ ਇਹਨੂੰ ਵੀ ਕਿਸੇ ਮੇਰੇ ਰੰਗੇ ਬੰਦੇ ਜੱਟ ਨੇ ਤੁਹਾਡੇ ਜ਼ੋਰ 'ਚ ਮਾਰਾ ਤੇ ਨਹੀਂ ਟੁੱਟ ਜਾਣਾ। ਠੀਕ ਹੋ ਗਿਆ ਨਾ। ਵੈਸੇ ਕੰਮ ਇਹਨਾਂ ਨੇ ਚੰਗਾ ਕੀਤਾ, ਪਹਿਲੇ ਕਰਨਾ ਚਾਹੀਦਾ ਸੀ। ਲੇਕਿਨ ਗੱਲ ਇਹ ਹੈ ਕਿ ਮੀਡੀਆ ਤੇ ਅੱਜ ਤੋਂ ਅਗਰ ਸਿਰਫ 5 ਸਾਲ ਪਿਛੇ ਚਲੇ ਜਾਈਏ ਨਾ, ਤੇ ਮੀਡੀਆ ਤੇ ਆਪਣੇ ਪਾਕਿਸਤਾਨੀ ਟਰੈਕਟਰਾਂ ਦੀਆਂ ਵੀਡੀਓ ਬਹੁਤ ਹੀ ਘੱਟ ਹੁੰਦੀਆਂ ਸੀ। ਲੋਕ ਇਹਦੇ ਤੇ ਬੋਲਣ ਵਾਲੇ ਬਹੁਤ ਘੱਟ ਆਏ। ਕਿਸਾਨਾਂ ਨੂੰ ਇਹਨਾਂ ਨਹੀਂ ਪਤਾ ਵੀ ਸਾਨੂੰ ਟਰੈਕਟਰਾਂ ਦੇ ਵਿੱਚ ਕੀ ਚੇਂਜਿੰਗ ਚਾਹੀਦੀ ਹੈ। ਇਹਨਾਂ 5 ਸਾਲਾਂ ਤੋਂ ਬਾਅਦ ਹਰ ਬੰਦੇ ਨੂੰ ਸਮਝ ਆ ਗਈ ਕਿ ਸਾਨੂੰ ਟਰੈਕਟਰਾਂ ਦੇ ਵਿੱਚ ਕੀ ਚਾਹੀਦਾ ਹੈ। ਜਿਵੇਂ ਬਾਹਰੋਂ ਕੰਪਨੀਆਂ ਨੇ ਪਾਕਿਸਤਾਨ ਦੇ ਵਿੱਚ ਐਂਟਰੀ ਮਾਰੀ ਤੇ ਉਹਨਾਂ ਦੇ ਵਿੱਚ ਚੀਜ਼ਾਂ ਦੇਖੀਆਂ, ਕੁਝ ਅਸੀਂ ਪੜੋਸੀ ਮੁਮਾਲਕ ਦੇ ਟਰੈਕਟਰ ਵੇਖ ਕੇ ਸਾਨੂੰ ਸਮਝ ਆਈ ਵੀ ਅਸੀਂ ਤਾਂ ਕਾਫੀ ਸਾਰੇ ਪਿਛੇ ਹਾਂ। तो हुण आके उन्होंने कंपनियां ने ना एक दूए दे मुकाबले विच या जिवें मुकाबले की फिजा एक कायम हुई है। मैं कहना ये बड़ी खुशाइन बात है कि किसानों का जिहड़ा है ना हुण फायदा हो रही है। हर कंपनी कोशिश कर रही है, तब्दीलियां कर रही है, और इन्हां तब्दीलियां का फायदा इंशाअल्लाह किसान वाला साहब एक गल जरूर है कि इन्हां ने इन्हां चीज़ां ते फोकस किया है जी। इन्हां ने कीमतां वधाइयां ने, लेकिन मटीरियल ते गौर कोई नहीं किया जी जी। मटीरियल हुण कंपनी ये कहती है, क्लेम करती कि असी परखण दे म्यार दे ट्रैक्टर बना रहे हैं जी, लेकिन परखण दे म्यार नूं ये म्यार नहीं इन्हां दा पहुंच सकदा। परखण दे जिहड़े हिस्से ने जिथे तुसी हथ ला सो मलैम ने। मेरे गवाड़ नाल डिलक्स ट्रैक्टर गया है ते बड़े शौक नाल उहने 640 सी वो वेच के ते उहने डिलक्स लिया है। ते वो कहंदा मैं एक दफ़ा गरी पंप नाल वाश करन लगा तो उहदा जिहड़ा ना चेसी तो सारा कलर उतर गया। ते अगर
ਕਿ ਜਿੱਥੋਂ ਕਲਰ ਉਤਰਿਆ ਉੱਥੋਂ ਹੁਣ ਥੱਲੇ ਲੋਹੇ ਨੂੰ ਨਜ਼ਰ ਮਾਰਨੇ ਆ ਤਾਂ ਉਹ ਐਵੇਂ ਆ ਖੁਰਦਣਾ ਜਿਹਾ ਤੇ ਬੜਾ ਅਜੀਬ ਜਿਹਾ। ਉਹਨਾਂ ਕੋਲ ਪਰਕਨ ਇੰਜਣ ਹੈ ਜਿਹੜਾ ਸ਼ੁਰੂ ਤੋਂ ਉਹਨਾਂ ਲਿਆ ਸੀ, ਤਕਰੀਬਨ ਮੇਰੇ ਖਿਆਲ ਨਾਲ ਉਹ ਤਕਰੀਬਨ 2000 ਮਾਡਲ ਹੈ ਤੇ ਜਿਹਦੇ ਵਿੱਚ ਹਾਲੇ ਤੱਕ ਉਹਦਾ ਕੋਈ ਹਿੱਸਾ ਨਹੀਂ ਖੁੱਲਾ। ਮਜ਼ੇ ਦੀ ਗੱਲ ਹੈ ਕਿ ਉਹਦਾ ਹਾਲੇ ਤੱਕ ਪਿਛਲਾ ਹਿੱਸਾ ਹਾਲੇ ਪਹਿਲਾ ਹੈ ਤੇ ਇੰਜਣ ਉਹ ਤਕਰੀਬਨ ਇੱਕ ਦਫਾ ਕਰਾ ਚੁੱਕੇ ਨੇ। ਠੀਕ ਹੋ ਗਿਆ। ਤੇ ਮਤਲਬ ਇਹ ਵੀ ਇਹ ਆਦੇ ਮਟੀਰੀਅਲ ਤੇ ਵੀ ਥੋੜਾ ਜਿਹਾ ਇਹਨਾਂ ਨੂੰ ਗੌਰ ਕਰਨਾ ਚਾਹੀਦਾ, ਬਲਕਿ ਇਹ ਹੀ ਨਹੀਂ ਸਾਰੀਆਂ ਕੰਪਨੀਆਂ ਨੂੰ ਗੌਰ ਕਰਨਾ ਚਾਹੀਦਾ। ਭਾਜੀ ਹੁਣ ਇਨਸ਼ਾਅੱਲਾ ਅੱਗੋਂ ਹੋਣਗੀਆਂ ਜਦੋਂ ਇੱਕ ਦਫਾ ਸ਼ੁਰੂ ਹੋ ਗਿਆ ਨਾ ਹੁਣ ਕੰਮ। ਬਾਕੀ ਸਾਡੇ ਨਾਲ ਜੀ ਅਸੀਂ ਇਸ ਟਾਈਮ ਮੌਜੂਦ ਨਾਲ ਮਿਜ਼ਾਨ ਟਰੈਕਟਰ ਤੇ ਇਹਨਾਂ ਦੇ ਉਹਨਾਂ ਵੀ ਸਾਡੇ ਨਾਲ ਮੌਜੂਦ ਨੇ। ਇਹਨਾਂ ਨਾਲ ਵੀ ਗੱਲਬਾਤ ਬਕਾਇਆ ਤੋਂ ਡੀਲਰ ਨੇ ਭਾਈ ਇਹਨਾਂ ਨੂੰ ਪੁੱਛ ਲਓ ਵੀ ਜ਼ਿਮੀਂਦਾਰ ਪਹਿਲਾਂ ਕੀ ਚਾਹੁੰਦਾ ਹੁਣ ਕੀ ਚਾਹੁੰਦਾ। ਹਾਂਜੀ अस्सलाम वालेकुम जी। ਵਾਲੇਕੁਮ ਅਸਲਾਮ ਭਾਈਜਨ ਕੀ ਹਾਲ ਠੀਕ ਹੋ? ਭਾਈਆਂ ਸ਼ੁਕਰ ਅੱਲਾਹ ਦਾ ਠੀਕ ਠਾਕ। ਆ ਜਿਹੜਾ ਮਾਇਕ ਭਾਈ ਹੁਣਾਂ ਦੇਖੋ ਜਰਾ ਆ ਫੜਿਓ ਦਿੱਤੀ ਕਰਿਓ ਭਾਈ। ਇਹ ਸਾਨੂੰ ਦੱਸਣਾ ਮੈਂ ਪਹਿਲਾਂ ਜ਼ਿਮੀਂਦਾਰ ਤੁਹਾਨੂੰ ਆਣ ਕੇ ਕੋਈ ਰਿਕੁਆਇਰ ਕਰਦਾ ਸੀ? ਪਹਿਲੇ ਤੇ ਬਹੁਤ ਜ਼ਿਆਦਾ ਕੰਪਲੇਨ ਸੀ, ਜ਼ਿਮੀਦਾਰ ਪਰੇਸ਼ਾਨ ਵੀ ਸੀ। ਜਿਵੇਂ ਤੁਸੀਂ ਕਿਹਾ ਕਿ ਜ਼ਿਮੀਦਾਰ ਨੂੰ ਜਿਹੜਾ ਖੁਸ਼ ਆਇੰਦ ਕਰਨਾ ਚਾਹੀਦਾ ਚੀਜ਼ਾਂ ਨੂੰ। ਹੁਣ ਇਹ ਨਹੀਂ ਕਿਹਾ ਇਹ ਕਿਹੜਾ ਸਾਨ ਕੀਤਾ, ਹਾਂ ਇਹ ਕਿਹੜਾ ਸਾਡੇ ਤੇ ਕੋਈ ਕੀਤਾ ਨੇ, ਬਿਲਕੁਲ ਇਹ ਦੋ ਸ਼ੀਸ਼ਾ ਲਾਇਆ ਤਾਂ ਇਹ ਕੀ ਕੀਤਾ ਹੈ। ਲੋਕ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਬਲਕਿ ਉਹਨੂੰ ਅੱਛਾ ਕਰਨਾ ਚਾਹੀਦਾ। ਕੰਪਨੀ ਚਲੋ ਅਗਰ ਨਾ ਵੀ ਲਾਂਦੇ ਅਸੀਂ ਕੀ ਕਰ ਲੈਣਾ ਸੀ। ਪਹਿਲੇ ਤੇ 60 ਸਾਲ ਦੇ ਜ਼ਿਮੀਦਾਰ ਟਰੈਕਟਰ ਜਾਂਦੇ ਨੇ ਅੱਖਾਂ ਬੰਦ ਕਰਕੇ। ਇਹ ਤੇ ਚਲੋ ਸੋਸ਼ਲ ਮੀਡੀਆ ਦੌਰ ਆਇਆ, ਤੁਸੀਂ ਭਰਾਵਾਂ ਨੇ ਚੈਨਲ ਬਣਾਏ ਨੇ, ਜਾ ਕੇ ਲੋਕਾਂ ਦੀਆਂ ਉਹਨਾਂ ਨੇ ਕੰਪਲੇਨਾਂ ਸੁਣੀਆਂ ਨੇ, ਵਰਨਾ ਪਹਿਲਾਂ ਕੋਈ ਆਵਾਜ਼ ਉਠਾਉਣ ਵਾਲਾ ਕੋਈ ਨਹੀਂ ਸੀ। ਕੋਈ ਨਹੀਂ ਹਾਂਜੀ ਲੋਕਾਂ ਜਾਂਦੇ ਟਰੈਕਟਰ ਦੋ ਹਿੱਸੇ ਹੋ ਜਾਂਦੇ ਸੀ, ਕੋਈ ਪੁੱਛਦਾ ਹੀ ਕੋਈ ਨਹੀਂ ਸੀ। ਹੁਣ ਉਹਨਾਂ ਨੇ ਵੇਖਿਆ ਜੀ ਸੋਸ਼ਲ ਮੀਡੀਆ ਦੌਰ ਹੈ, ਉਥੋਂ ਵਜ੍ਹਾ ਤੋਂ ਬੰਦੇ ਮਿੰਟ ਦੀ ਰਿਪੋਰਟ ਜਾਂਦੀ ਆ। ਲੇਕਿਨ ਚਲੋ ਠੀਕ ਆ, ਅੱਛੀ ਗੱਲ ਹੈ। ਜਿਵੇਂ ਅੰਦਰ ਉਹਨਾਂ ਨੇ ਗੱਲ ਕੀਤੀ ਤਾਂ 5 ਮਾਡਲ ਜਿਹਨਾਂ ਲਾਂਚ ਕੀਤੇ ਨੇ ਕਿ ਅਸੀਂ ਮਜ਼ੀਦ ਤਬਦੀਲੀਆਂ ਕਰਾਂਗੇ ਜੀ ਜੀ 2026 ਵਿੱਚ ਵੀ ਨਾ ਅੱਗੋਂ ਮਜ਼ੀਦ ਜਿਹੜੀਆਂ ਕੋਈ ਸਾਡੇ ਨੁਕਸ ਰਹਿ ਗਏ ਅਸੀਂ ਦੂਰ ਕਰਾਂਗੇ। ਅੱਛੀ ਗੱਲ ਹੈ, ਜ਼ਿਮੀਂਦਾਰਾਂ ਵਾਸਤੇ ਵੀ ਇੱਕ ਅੱਛੀ ਚੀਜ਼ ਮਿਲਦੀ ਪਈ ਹੈ ਜੀ ਜੀ। ਲੇਕਿਨ ਉਹਦੇ ਵਾਸਤੇ ਇਹ ਵੇ ਕਿ ਚਲੋ ਜਿਹੜੀਆਂ ਚੀਜ਼ਾਂ ਲੱਗੀਆਂ ਨੇ ਪਹਿਲੇ ਨਾਲ ਤਾਂ ਬਿਹਤਰ ਹੈ, ਬਿਹਤਰ ਹੋ ਰਿਹਾ ਜੀ। ਅਸੀਂ ਭਾਈਜਾਨ ਮੈਂ ਖੁਦ ਇੱਕ ਕਿਸਾਨ ਹਾਂ ਜੀ ਜੀ, ਮੈਂ ਜ਼ਿਮੀਂਦਾਰ ਹਾਂ ਹਾਂਜੀ, ਜਿਹੜਾ ਮੈਂ ਯੂਟਿਊਬਰ ਨਹੀਂ ਹੈਗਾ, ਦੋਸਤ ਜਾਣਦੇ ਨੇ ਜੀ ਜੀ ਕਿ ਮੇਰੀ ਨਜ਼ਰ ਵਿੱਚ ਹੈ ਨਾ ਤੇ ਜਿਹੜਾ ਮੈਂ ਚਾਹਨਾ ਮੇਰੇ ਕੋਲ ਆਪ 385 ਹੈ ਜੀ ਜੀ ਠੀਕ ਹੈ ਜੀ। ਕਾਫੀ ਦੋਸਤ ਇੱਥੇ ਇਤਰਾਜ਼ ਵੀ ਮੇਰੇ ਨਾਲ ਕਰਦੇ ਨੇ, ਵੀਡੀਓ ਕਿਸੇ ਹੋਰ ਟਰੈਕਟਰ ਦੀ ਕਰਦੇ ਨੇ, ਬੱਲੇ ਬੱਲੇ ਕਿਸੇ ਹੋਰ ਦੀ ਕਰਦੇ ਨੇ। ਅਸੀਂ ਹਾਲਾਂਕਿ ਹਕੀਕਤ ਬਾਤ ਕਰਨੇ ਹਰ ਟਰੈਕਟਰ ਦੀ, ਠੀਕ ਹੈ ਨਾ ਜੀ। ਤੇ ਮੇਰੇ ਕੋਲ ਆਪਣੇ ਕੋਲ 385 ਹੈ। ਜਦੋਂ ਮੈਂ 385 ਦੀਆਂ ਲੋਕਾਂ ਨੂੰ ਕਿਹੜੀਆਂ ਕਮੀਆਂ ਨੇ ਉਹ ਦੱਸਣਾ ਨਾ ਤੇ ਲੋਕ ਕਹਿੰਦੇ ਨੇ ਤੂੰ ਇਹਦੇ ਖਿਲਾਫ ਹੈ। ਟਰੈਕਟਰ ਮੇਰਾ, ਮੈਂ ਪੈਸੇ ਭਰੇ ਨੇ, ਮੈਨੂੰ ਤਕਲੀਫ ਹੁੰਦੀ, ਮੈਨੂੰ ਜ਼ਰੂਰਤ ਕੋਈ ਨਹੀਂ ਹੈਗੀ ਕਿ ਮੈਂ 2 ਲੀਟਰ ਦੀ ਕੈਨ ਮੇਰੇ ਹੱਥ ਵਿੱਚ ਹੀ ਹੋਵੇ, ਰੂਟਾਵਾਟਰ ਤੇ ਟਰੈਕਟਰ ਚੱਲਦਾ ਪਿਆ ਤੇ ਸ਼ਾਮ ਤਾਈਂ ਉਹ ਲੀਟਰ ਇੰਜਣ ਦਾ ਵੀ ਆਇਲ ਵੀ ਖਾਵੇ ਨਾਲ ਡੀਜ਼ਲ ਵੀ ਖਾਵੇ। ਅਸੀਂ ਚਾਹੁੰਦੇ ਹਾਂ ਕਿ ਦੂਜੇ ਨਹੀਂ ਖਾਂਦੇ ਤੇ ਇਹ ਕਿਉਂ ਖਾਂਦਾ ਹੈ? ਕਿਸੇ ਜਗ੍ਹਾ ਤੇ ਟਰੈਕਟਰ ਹੌਲੇ ਚੱਲ ਰਹਿਣ ਕਿਉਂਕਿ ਕੰਮ ਦਾ ਫਰਕ ਹੈ। ਕਿਸੇ ਜਗ੍ਹਾ ਤੇ ਕੋਈ ਫਸਲ ਜ਼ਿਆਦਾ ਹੁੰਦੀ, ਕਿਸੇ ਤੇ ਕੋਈ ਫਸਲ। ਸਾਡੇ ਵੱਲੇ ਜ਼ਿਆਦਾਤਰ ਆਲੂ ਤੇ ਮੱਕੀ ਕਾਸ਼ਤ ਹੁੰਦੀ। ਸਾਡੇ ਇਲਾਕੇ ਵਿੱਚ ਜ਼ਿਆਦਾਤਰ ਹੈ ਵੀ ਰੂਸੀ ਤੇ 85, ਲੇਕਿਨ 85 ਜਿਨ੍ਹਾਂ ਕੋਲ 85 ਹੈ ਸਾਡੇ ਮਾਲਕ ਡਰਾਈਵਰਾਂ ਨੂੰ ਕਹਿੰਦੇ ਨੇ ਵੀ ਤੁਸੀਂ ਟਰੈਕਟਰ ਦਾ ਪਿਆਰ ਕੋਈ ਨਹੀਂ ਕਰਨਾ, ਸਾਨੂੰ ਜ਼ਮੀਨ ਦੀ ਤਿਆਰੀ ਚਾਹੀਦੀ। ਕਿਲੇ ਜ਼ਮੀਨ ਦੀ ਤਿਆਰੀ ਚਾਹੀਦੀ ਤੇ ਉਹਲੇ 85 ਉਰੀ ਸ਼ਾਮ ਤੱਕ ਨਾਲ ਲੀਟਰ ਆਇਲ ਵੀ ਖਾ ਜਾਂਦੇ। ਅਸੀਂ ਚਾਹੁੰਦੇ ਹਾਂ ਇਹਦੇ ਇੰਜਣ ਵਿੱਚ ਤਬਦੀਲੀ ਕਰੋ ਕਿ ਆਇਲ ਨਾ ਖਾਵੇ, ਇਹ ਗਰਮ ਨਾ ਹੋਵੇ। ਜਦੋਂ ਗਰਮ ਹੁੰਦਾ ਹੈ ਨਾ ਤਾਂ ਉਦੋਂ ਹੀ ਇਹ ਆਇਲ ਵੀ ਖਾਂਦਾ ਹੈ, ਉਦੋਂ ਫਿਰ ਇਹ ਡੀਜ਼ਲ ਦਾ ਖਰਚਾ ਵੀ ਵਧਾਉਂਦਾ ਹੈ। ਤੇ ਤੁਸੀਂ ਕਿਵੇਂ ਸਮਝਦੇ ਕਿਵੇਂ ਇਹਦਾ ਇੰਜਨ ਬਿਹਤਰ ਹੋ ਜਾਏ? ਤੁਸੀਂ ਆਪਣੀ ਕੋਈ ਰਾਏ ਦੇਣਾ ਚਾਹੋ ਕੰਪਨੀ ਨੂੰ? ਕੋਈ ਸਲਾਹ ਵਾਸਤੇ ਹੀ ਹੈ ਕੋਈ ਨਾ? ਜੀ ਜੀ ਜਿਹੜੀ ਕੰਪਨੀ ਦੀਆਂ ਅਸੀਂ ਗੱਲਾਂ ਸੁਣੀਆਂ ਨੇ ਜਾਂ ਉਹਨਾਂ ਨੇ ਕਾਫੀ, ਕਿਉਂਕਿ ਉਹਨਾਂ ਤੱਕ ਇਹ ਸਾਰੀਆਂ ਗੱਲਾਂ ਪਹੁੰਚਦੀਆਂ ਨੇ, ਉਹ ਤਾਂ ਕਹਿੰਦੇ ਨੇ ਵੀ ਇਹ ਇੱਕ ਸਾਡੇ ਕੋਲ ਡਿਜ਼ਾਈਨ ਹੈਗਾ, ਮਿਲਤ ਦੇ ਕੋਲ ਡਿਜ਼ਾਈਨ ਹੈ 385 ਦਾ, ਅਸੀਂ ਇਹਦੇ ਵਿੱਚ ਚੇਂਜ ਨਹੀਂ ਕਰ ਸਕਦੇ। ਜੀ ਜੀ ਇਹ ਗੱਲ, ਇਹਦੇ ਵਿੱਚ ਸਿਰਫ ਚੇਂਜ ਜ਼ਿਆਦਾ ਤੋਂ ਜ਼ਿਆਦਾ ਇਹੀ ਹੋ ਸਕਦਾ ਹੈ ਕਿਹੜਾ ਕਿਸਾਨ ਪਹਿਲੇ ਕਰ ਰਹੇ ਨੇ ਵੱਡਾ ਫਿਲਟਰ ਲਾ ਲਿਆ, ਲੀਟਰ ਇੱਕ ਵਾਧੂ ਪਾ ਲਿਆ, 9 ਲੀਟਰ ਕਰ ਲਿਆ, ਜਾਂ ਕੋਈ ਦੋਸਤ ਆਦੇ ਕੋਲੋਂ ਆਇਲ ਕੂਲਰ ਵੀ ਲਗਾ ਦਿੰਦੇ ਨੇ ਤੇ ਉਵੇਂ ਲੀਟਰ 2 ਲੀਟਰ ਵਧਾ ਲੈਂਦੇ ਨੇ। ਲੇਕਿਨ ਜਿੰਨੀ ਦੇਰ ਇਹਦਾ ਇੰਜਨ ਚੇਂਜ ਨਾ ਹੋਇਆ, ਇਹ ਮੇਰੇ ਖਿਆਲ ਦੇ ਮੁਤਾਬਕ ਮਾਡਲ ਹੀ ਨਵਾਂ ਬਣੇਗਾ। ਭਾਈਜਾਨ ਖਿੱਚੀ ਸਾਹਿਬ ਮੈਂ ਤੁਹਾਡੀ ਗੱਲ ਟੋਕਣ ਲੱਗਾ, ਇਹ ਗੱਲ ਅਸੀਂ ਜਾ ਕੇ ਜੀ ਕੰਪਨੀ 'ਤੇ ਸਵਾਲ ਉਠਾਇਆ ਹੈ। ਕੰਪਨੀ ਦਾ ਇਹ ਕਹਿਣਾ ਕਿ ਇਸ ਇੰਜਨ ਦੇ ਵਿੱਚ ਅਸੀਂ ਮਜ਼ੀਦ ਇਹਨੂੰ ਕੁਝ ਨਹੀਂ ਕਰ ਸਕਦੇ, 2 ਮਾਡਲ ਮਜ਼ੀਦ ਅਸੀਂ ਤਿਆਰ ਕਰਦੇ ਪਏ, ਇਹ ਚੱਲੇਗਾ। ਬਿਲਕੁਲ ਇਹ ਤੁਹਾਨੂੰ ਮੈਂ ਗੱਲ ਕਰ ਰਿਹਾ ਵੀ ਇਹਨਾਂ ਨੂੰ ਮਾਡਲ ਨਵਾਂ ਤਿਆਰ ਕਰਨਾ ਪਏਗਾ। ਇਹ 385 ਦੇ ਵਿੱਚ ਇੰਜਨ ਦੇ ਵਿੱਚ ਇਹ ਤੇਲ ਮੋਡੀਫਿਕੇਸ਼ਨ ਨਹੀਂ ਹੋ ਸਕਦੀ ਕੋਈ ਵੀ। ਕਹਿੰਦੇ ਇਸ ਟਾਈਮ ਅਗਰ 385 ਹੈ ਨਾ ਜੋ ਇੰਜਨ ਇਹਦਾ ਪਰਫੈਕਟ ਚੱਲ, ਜੋ ਵੀ ਚੱਲਣ ਡਿਆ ਨਹੀਂ ਆਂਦੇ ਪਰਫੈਕਟ ਹੈ, ਬਾਕੀ ਜੋ ਵੀ ਚੱਲਣ ਡਿਆ
ਇਹਦੇ ਵਿੱਚ ਮਜ਼ੀਦ ਮੋਡੀਫਿਕੇਸ਼ਨ ਆਂਦੇ ਨਹੀਂ ਕਰ ਸਕਦੇ ਬਿਲਕੁਲ ਉਹਦੇ ਨਾਲ ਇੰਜਨ ਤੇ ਲੋਡ ਹੀ ਪੈਣਾ ਜੀ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਜਿਵੇਂ ਜੇ ਮਜ਼ੀਦ ਕਰੋਗੇ ਜੋ ਵੀ ਯਾਰ ਨਾ ਇਹ ਇੱਕ ਹੋਰ ਗੱਲ ਹੈ ਵਾਲਾ ਸਾਹਿਬ ਵੀ ਅਸੀਂ ਵੀ ਨਹੀਂ ਚਾਹੁੰਦੇ ਕਿ ਅਸੀਂ ਕੋਈ ਇੰਪੋਰਟਡ ਟਰੈਕਟਰ ਬਾਹਰੋਂ ਇੰਪੋਰਟ ਕਰਵਾਈਏ ਜਾਂ ਇੰਪੋਰਟਡ ਟਰੈਕਟਰ ਜਿਹੜੇ ਪਾਕਿਸਤਾਨ ਵਿੱਚ ਆ ਗਏ ਉਹ ਚਲਾਈਏ ਕਿਉਂਕਿ ਉਵੇਂ ਆਪਣਾ ਸਾਰਾ ਜਿਹੜਾ ਪੈਸਾ ਹੈ ਉਹ ਬਾਹਰ ਹੀ ਉਹਨਾਂ ਨੂੰ ਵਟਿੰਦਾ ਹੈ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀਆਂ ਲੋਕਲ ਕੰਪਨੀਆਂ ਨੂੰ ਸਾਡਾ ਹੀ ਪੈਸਾ ਜਾਵੇ ਤੇ ਸਾਡੇ ਪਾਕਿਸਤਾਨ ਦੇ ਵਿੱਚ ਹੀ ਸਾਡਾ ਪੈਸਾ ਰਵੇ ਲੇਕਿਨ ਸਾਡੀਆਂ ਕੰਪਨੀਆਂ ਨੂੰ ਵੀ ਕੁਝ ਸੋਚਣਾ ਚਾਹੀਦਾ ਹੈ ਕਿ ਥੋੜਾ ਜਿਹਾ ਇਹਦੇ ਵਿੱਚ ਇੰਜਨ ਦੇ ਵਿੱਚ ਤਬਦੀਲੀ ਕਰਨ ਟਰਾਂਸਮਿਸ਼ਨ ਦੇ ਵਿੱਚ ਤਬਦੀਲੀ ਕਰਨ ਕਿ ਇਸੇ ਹੁਣ ਟਰਾਂਸਮਿਸ਼ਨ ਜ਼ਿਆਦਾ ਲੋਕ ਜਿਹੜੇ ਨਹੀਂ ਜਾਣਦੇ ਤੇ ਉਹਨਾਂ ਨੂੰ ਨਹੀਂ ਪਤਾ ਮੀਡੀਅਮ ਹਾਈ ਲੋ ਮੀਡੀਅਮ ਦਾ ਪਤਾ ਨਹੀਂ ਹੈਗਾ ਜਾਂ ਉਹਨਾਂ ਦਾ ਫਾਇਦਾ ਨਹੀਂ ਗੱਲ ਠੀਕ ਹੈ ਤੁਹਾਡੀ ਬਿਲਕੁਲ ਹੁਣ ਅਸੀਂ ਹਾਈ ਲੋ ਮੀਡੀਅਮ ਜਿਹੜਾ ਲੋਕ ਜਾਣਦੇ ਨੇ ਨਾ ਇਹਨਾਂ ਨੂੰ ਮੁਤਾਬਕ ਕਰਾਇਆ ਫਾਈਟੀਓ ਨੇ ਕਰਾਇਆ ਜਾਂ ਗਾਰਡ ਆਈ ਹੈ ਇਹਨਾਂ 3 ਮੀਡੀਅਮ ਆਏ ਉਹਨਾਂ ਦਾ ਫਾਇਦਾ ਕੀ ਹੈ ਕਿ ਜਦੋਂ ਆਪਾਂ ਪਹਿਲੇ ਗੇਅਰ ਵਿੱਚ ਟਰੈਕਟਰ ਚਲਾਣੇ ਆ ਟਰੈਕਟਰ ਤੇ ਲੋਡ ਕੋਈ ਨਹੀਂ ਹੁੰਦਾ ਟਰੈਕਟਰ ਦੀ ਸਪੀਡ ਬਹੁਤ ਘੱਟ ਹੈ ਤੇ ਆਪਾਂ ਉਹ ਟਾਈਮ ਜਿਹੜਾ ਨਾ ਬੜਾ ਲੱਗਦਾ ਹੈਗਾ ਡੀਜ਼ਲ ਦਾ ਖਰਚ ਹੁੰਦਾ ਹੈ ਜਦੋਂ ਆਪਾਂ ਅਗਰ ਦੂਸਰਾ ਗੇਅਰ ਲਾਣੇ ਆ ਤੇ ਉਹਦੇ ਤੇ ਟਰੈਕਟਰ ਤੇ ਲੋਡ ਪੈਂਦਾ ਹੈ ਸਪੀਡ ਕਿਉਂਕਿ ਜ਼ਿਆਦਾ ਵੱਧਦੀ ਟਰੈਕਟਰ ਤੇ ਲੋਡ ਪੈਂਦਾ ਹੈ ਫਿਰ ਵੀ ਡੀਜ਼ਲ ਦਾ ਖਰਚਾ ਵੱਧਦਾ ਹੈ ਜਦੋਂ ਲੋਡ ਪਵੇਗਾ ਉਹ ਧੂਆਂ ਵੀ ਮਾਰੇਗਾ ਜਦੋਂ ਜ਼ਹਿਰੀ ਗੱਲ ਹੈ ਧੂਆਂ ਮਾਰੇਗਾ ਉਹ ਲੋਡ ਵਿੱਚ ਚੱਲੇਗਾ ਤਾਂ ਫਿਰ ਡੀਜ਼ਲ ਦਾ ਖਰਚਾ ਵਧੇਗਾ ਸਾਨੂੰ ਚਾਹੀਦਾ ਸੈਂਟਰ ਵਾਲਾ ਇੱਕ ਗੇਅਰ ਪਹਿਲੇ ਤੇ ਦੂਜੇ ਦੇ ਸੈਂਟਰ ਵਿੱਚ ਉਹ ਜਦੋਂ ਮੀਡੀਅਮ ਗੇਅਰ ਦੇਣਗੇ ਨਾ ਤੇ ਫਿਰ ਅਸੀਂ ਸੈਂਟਰ ਵਾਲੀ ਸਪੀਡ ਲਾ ਕੇ ਤੇ ਖਰਚਾ ਵੀ ਘਟਾ ਸਕਨੇ ਆ ਤੇ ਟਾਈਮ ਵੀ ਕਮ ਲੱਗੇਗਾ ਇਹ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਮਜ਼ੀਦ ਅੱਗੇ ਲੈ ਕੇ ਜਾ ਸਕਦੀਆਂ ਨੇ ਉਹ ਵੀ ਜਿੰਨੇ ਗੁੜ ਪਾਈ ਜੋ ਉਹਨਾਂ ਮਿੱਠਾ ਹੋਣਾ ਠੀਕ ਹੈ ਨਾ ਤੇ ਮਜ਼ੀਦ ਤੁਹਾਨੂੰ ਪਤਾ ਇਹ ਚੀਜ਼ਾਂ ਅਗਰ ਪਾਉਣਗੇ ਨਾ ਤੇ ਭਾਈ ਕੀਮਤ ਵੀ ਵੱਧ ਜਾਣੀ ਹੈ ਬਾਬਾ ਜੀ ਐਵੇਂ ਨਾ ਆਖੋ ਕੀਮਤਾਂ ਅੱਗੇ ਬੜੀਆਂ ਨਾ ਚੱਕ ਲਈਆਂ ਨੇ ਇਹਨਾਂ ਨੂੰ ਇਹ ਸੁਣੀਜ ਗਿਆ ਤੇ ਇਹਨਾਂ ਖੁਦਾ ਲੱਖ ਭਾਈ ਜਾਨ ਸਾਨੇ ਤੇ ਗੱਲ ਕਰਨੀ ਜਿਹੜੀ ਹੁੰਦੀ ਹੈ ਸਾਨੂੰ ਤਾਂ ਪਤਾ ਅਸੀਂ ਤੇ ਵੇਖਦੇ ਆ ਭਾਈ ਜਾਨ ਤੁਹਾਡੀ ਗੱਲ ਠੀਕ ਹੈ ਲੇਕਿਨ ਕੰਪਨੀ ਨੂੰ ਨਾ ਹੁਣ ਇਹ ਜਿਹੜਾ ਹੈਗਾ ਵੇਟ ਲਾਜ ਤੇ ਸ਼ੀਸ਼ਾ ਲਾਜ ਤਾਂ ਜਾਂ ਚਾਰਜਿੰਗ ਲੋਪੀ ਲਾਜ ਦੀ ਇਹਦੀ ਜ਼ਰੂਰਤ ਹੁਣ ਕੋਈ ਨਹੀਂ ਏਡੀ ਕਰੇ ਹੁਣ ਜ਼ਿਆਦਾ ਲੋਕ ਕਹਿ ਰਹੇ ਨੇ ਕਿ ਇੰਜਨ ਜਿਹੜਾ ਨਾ ਸਾਨੂੰ ਜਦੀਦ ਚਾਹੀਦਾ ਜਿਵੇਂ ਡਿਲੈਕਸ ਲਾਇਆ ਇਹਨਾਂ ਨੇ ਇੰਜਨ ਉਹ ਕੀਤਾ ਫੇਲ ਹੋ ਗਿਆ ਬੰਦਾ ਪੁੱਛਦਾ ਹੀ ਕੋਈ ਨਹੀਂ ਪਿਆ ਡਿਲੈਕਸ ਨੂੰ ਉਹ ਵੇਜੋ ਕਿ ਸਪੇਸਰ ਪਾਇਦਾ ਜੀ ਸਪੇਸਰ ਨੂੰ ਕੀ ਕਰਨਾ ਹੈ ਇੰਜਨ ਤੇ ਜਾ ਕੇ ਟਰੈਕਟਰ ਦੇ ਵਿੱਚ ਬਸ ਹੋ ਜਾਂਦੀ ਹੈ ਜੀ ਵੇਟਾਂ ਲੋਕਾਂ ਕੀ ਕਰਨਾ ਹੈ ਉਹ ਟਰੈਕਟਰ ਪੁੱਛਦਾ ਹੀ ਕੋਈ ਨਹੀਂ ਪਿਆ ਹੈਗਾ ਹਾਲਾਂਕਿ ਬੜਾ ਡਿਲੈਕਸ ਚੱਲਿਆ ਜਿਹੜਾ ਨਵਾਂ ਜਦੋਂ ਆਇਆ ਸੀ ਨਾ ਇਹ ਸ਼ੋਰੂਮ ਤੋਂ ਮੈਂ ਪਹਿਲੀ ਵੀਡੀਓ ਬਣਾਈ ਸੀ ਤੇ ਇੱਥੇ ਲੈਣਾ ਲੱਗੀਆਂ ਡਿਲੈਕਸ ਦੀਆਂ ਅਸੀਂ ਡਿਲੈਕਸ ਜਿਹੜੇ ਉਹੀ ਵਿਕ ਗਏ ਜਿਹੜੇ ਵਿਕ ਗਏ ਉਸ ਤੋਂ ਬਾਅਦ ਪੁੱਛੇ ਕੋਈ ਨਹੀਂ ਕਿਸੇ ਨੇ ਲੋਕਾਂ ਜਦੋਂ ਜਾ ਕੇ ਡਿਲੈਕਸ ਨਾਲੋਂ ਦੂਸਰੇ ਸਾਧਨ ਉਹ ਸਾਧਨ ਨੂੰ ਜ਼ਿਆਦਾ ਮਾਰਕੀਟ ਹੈ ਜੀ ਇਹਦੀ ਲੋਕ 85 ਨੂੰ ਹਾਲਾਂਕਿ ਐਕਸੈਪਟ ਕਰਦੇ ਨੇ ਔਰ ਅੱਛਾ ਟਰੈਕਟਰ ਹੈ ਯਾਨੀ ਕਿ ਨਹੀਂ ਅੱਛਾ ਟਰੈਕਟਰ ਹੈ ਵੇਖੋ ਨਾ ਕਿ ਹੁਣ ਮਸ਼ੀਨਰੀ ਵੀ ਸਾਡੀ ਜਦੀਦ ਹੋ ਗਈ ਹੈ ਲੋਕੀ ਜਿਹੜੇ ਏਡੇ ਏਡੇ ਟਰਾਲੇ ਬਣਾਉਂਦੇ ਨੇ ਕਿ ਬੰਦਾ ਸੋਚ ਨਹੀਂ ਸਕਦਾ ਉਹ 85 ਵਿਚਾਰਾ ਉੱਥੇ ਕੀ ਕਰੇ 20 25 ਫੁੱਟ ਤੱਕ ਜਾਣ ਦੇ ਮੁੰਡੇ ਔਖੇ ਹੋ ਗਏ ਨੇ ਹੁਣ ਤੁਸੀਂ ਆਂਦੇ ਸਰ ਕੀਮਤ ਜਿਹੜੀ 85 ਦੀ ਹੈਗੀ ਜੇ ਉਹ ਕੰਪਨੀ ਰੇਟ ਤੇ ਹੀ ਹੈ 38,30,000 ਸਹੀ ਹਾਂਜੀ 260 ਜਿਹੜਾ ਜੇ ਉਹ ਵੀ 10,000 ਰੁਪਏ ਦਾ 28,10,000 ਰੁਪਏ ਦਾ ਲੇਟੈਸਟ ਮਾਡਲ ਹੈ ਸ਼ੀਸ਼ੇ ਵਾਲਾ ਜਿਹੜਾ ਪੁਰਾਣਾ ਜਿਹੜਾ ਹੈਗਾ ਉਹ ਵੀ 25 ਮਾਡਲ ਹੈ ਵੇ ਜਿਹਨਾਂ ਦੇ ਚੀਜ਼ਾਂ ਨਹੀਂ ਲੱਗੀਆਂ ਹੈਗੀਆਂ ਉਹ ਤਬਦੀਲੀਆਂ ਤੋਂ ਬਗੈਰ ਜਿਹੜਾ ਉਹ 85 ਮਿਲ ਜਾਏਗਾ 37.5 ਦਾ ਤੇ ਮਤਲਬ ਜਿਹੜਾ 27.5 ਦਾ ਭਾਜੀ ਮੇਨ ਗੱਲ ਇਹ ਹੈ ਵੀ ਪਹਿਲਾਂ ਵੇਖੀਦਾ ਹੁੰਦਾ ਹੀ ਆ ਦਿਨਾਂ ਦੇ ਵਿੱਚ ਨਾ ਟਰਾਟਾਂ ਤੇ ਆਉਣ ਚੜ ਜਾਂਦੇ ਹੁੰਦੇ ਹਾਂਜੀ ਹਾਂਜੀ ਹੁਣ ਚੜਨ ਵਾਲੇ ਕੋਈ ਹੈ ਸੀਨ ਮਾਰੀਆ ਨਵਾਜ਼ ਲੈ ਗਈ ਯਾਰ ਕਿਰਾ ਸਾਰਿਆਂ ਦਾ ਟਰੈਕਟਰ ਭਾਈ ਮਾਸ਼ਾਅੱਲਾ ਇੰਨੇ ਕ ਮਾਰਕੀਟ ਹੋ ਗਏ ਨੇ ਨਾ ਤੇ ਗੋਭੀ ਜਿਹੀ ਲੋਕੀ ਮੈਂ ਕਹਿੰਦਾ ਇਹ ਗ੍ਰੀਨ ਸਕੀਮ ਦੇ ਵਿੱਚ ਨਾ ਇਹ ਸਾਰਾ ਸਕੈਮ ਹੋਇਆ ਹੈ ਤੇ ਸਕੈਮ ਹਕੂਮਤ ਨਾਲ ਵੀ ਹੋਇਆ ਹੈ ਹਕੂਮਤ ਤਾਂ ਖੈਰ ਮੁੜ ਆਪਾਂ ਜ਼ਿਮੀਦਾਰ ਜਗ੍ਹਾ ਤੇ ਹੋਇਆ ਆਪਣੇ ਨੂੰ ਰੋਂਦਿਆ ਨਾ ਤੇ ਜ਼ਿਮੀਦਾਰਾਂ ਨਾਲ ਵੀ ਹੋਇਆ ਕਿਉਂਕਿ ਜਦੋਂ ਗ੍ਰੀਨ ਸਕੀਮ ਦਿੱਤੀ ਗਈ ਤੇ ਬਸ ਯਾ ਗ੍ਰੀਨ ਸਕੀਮ ਸ਼ੁਰੂ ਹੋਈ ਨਾਲ ਹੀ 5 ਲੱਖ ਰੁਪਇਆ ਟਰੈਕਟਰ ਦੀ ਕੀਮਤ ਵੀ ਚੱਕ ਦਿੱਤੀ ਹੈ ਤੇ ਲੋਕਾਂ ਨੇ ਟੈਕਸ ਹੀ ਲਾਇਆ ਨਾ ਲੇਕਿਨ ਉਹ ਸਾਡੇ ਵੱਲੋਂ ਤਾਂ ਕੀਮਤ ਵੱਧ ਗਈ ਹੈ ਨਾ 10 ਲੱਖ ਰੁਪਇਆ ਜਿਹੜਾ ਸਾਨੂੰ ਛੱਡਦੇ ਪੈਣ 5 ਤਾਂ ਉਹਨਾਂ ਜੇਬ ਵਿੱਚੋਂ ਕੱਢ ਲਿਆ ਹੈ ਨਾ ਕੀਮਤ ਯਾਦ ਉਹੀ ਰੱਖਦੇ ਨਾ ਟੈਕਸ ਕਿਉਂ ਲਾਇਆ ਨੇ ਕਿ ਇਹਦਾ ਟੈਕਸ ਕੀ ਇਹਦੇ ਨਾਲ ਹੋ ਗਿਆ ਕੀ ਇਹਦੇ ਵਿੱਚ ਨਵਾਂ ਕੋਈ ਪਾ ਦਿੱਤਾ ਨੇ ਜਾਂ ਕੋਈ ਇਹ ਮਿਲਤ ਕੰਪਨੀ ਬਾਹਰੋਂ ਕੋਈ ਚੀਜ਼ਾਂ ਐਕਸਪੋਰਟ ਕਰ ਰਹੀ ਹੈ ਜਿੰਦੇ ਤੇ ਹਕੂਮਤ ਨੇ ਟੈਕਸ ਲਾ ਦਿੱਤਾ ਵੀ ਇਹ ਜਿਹੜਾ ਨਾ ਤੁਸੀਂ ਸਾਰਾ ਟਰੈਕਟਰ ਬਾਹਰੋਂ ਲੈ ਕੇ ਆਓ ਲੋਹਾ ਤਾਂ ਸਾਰਾ ਪਾਕਿਸਤਾਨੀ ਹੈ ਨਾ ਤੇ ਬਜਾ ਸਹੂਲਤ ਦੇਵਣ ਤੇ ਉਲਟਾ ਮੈਂ ਤਾਂ ਕਹਿੰਦਾ ਵੀ ਇਹ ਵਿੱਚ ਹਕੂਮਤ ਦਾ ਵੀ ਇਹ ਹਕੂਮਤ ਨੂੰ ਵੀ ਸਾਡੀ ਅਪੀਲ ਹੈ ਕਿ ਤੂੰ ਕੋਈ ਸਹੂਲਤਾਂ ਦਿਓ ਸਾਡੀਆਂ ਕੰਪਨੀਆਂ ਨੂੰ ਇਹਨਾਂ ਨੂੰ ਕੋਈ ਛੂਟ ਦਿਓ ਵੇਖੋ ਹੁਣ ਸਿਰਫ ਜਿਹੜੇ ਮਾਡਲ ਨੇ ਇੱਕ 240 ਹੈ 260 ਹੈ 385 ਹੈ ਇਹਨੂੰ ਚੱਲਣ ਦੇਣ ਬਕਾਇਆ ਇਹਨਾਂ ਨੇ 350 ਕੱਢਿਆ ਉਹ ਵੀ ਨਾਕਾਮ 360 ਕੱਢਿਆ ਉਹ ਵੀ ਨਾਕਾਮ ਡਿਲੈਕਸ ਕੱਢਿਆ ਉਹ ਵੀ ਨਾਕਾਮ 75 ਉਹ ਵੀ ਨਾਕਾਮ ਹੈ ਜੀ 235 ਰਹਿ ਗਿਆ 235 ਜਿਹੜਾ ਉਹਨੂੰ ਵੀ ਕਿਸੇ ਨੇ ਪੁੱਛਿਆ
ਕਿ ਹੈ ਵੀ ਕਿ ਨਹੀਂ ਹੈਗਾ। ਬਾਈ ਜੀ ਹੁਣ ਪਤਾ ਕੀ ਹੈ 85 ਠੀਕ ਆ, ਸੇਲ ਵੀ ਠੀਕ ਆ, ਜ਼ਿਮੀਦਾਰ ਹਾਲਾਂਕਿ ਚਲੋ ਕੰਮ ਅੱਡਾ ਨਹੀਂ ਕੱਢਦਾ ਹੈ। ਜੇ ਅੱਗੋਂ ਇਹਨਾਂ ਨੂੰ ਮਜ਼ੀਦ ਕੋਈ ਨया ਮਾਡਲ ਕੰਪਨੀ ਨੂੰ ਚਾਹੀਦਾ ਮੁਤਾਰਫ ਕਰਾਵੇ, ਉਹਦੇ ਵਿੱਚ ਕੋਈ ਟੋਟੇ ਪਾਉਣ ਦੀ ਲੋੜ ਕੋਈ ਨਹੀਂ। ਹਾਂ ਲੈ ਦਾ ਇੰਜਨ ਹੋਵੇ, ਇੰਜਨ ਜਿਹੜਾ ਨਾ ਬਾਕੀ 100 ਹਾਰਸ ਪਾਵਰ ਦਾ ਕਰਦੇ ਨੇ, ਉਹ ਭਾਈ ਤਿਆਰ ਕਰ ਰਹੇ ਨੇ ਬਕਾਇਦਾ। ਅੱਛਾ ਉਹਨੂੰ ਕਰਨਾ ਚਾਹੀਦਾ। ਸਾਹਿਬ ਇਵੇਂ ਲੱਗਦਾ ਹੈ ਵੀ ਇਹਨਾਂ ਨੂੰ 850 ਤੋਂ ਅਗਾਂਹ 898 ਤੇ ਜਾਣਾ ਪਈ ਸੀ। ਕੱਢਣਗੇ ਜੀ, ਕੱਢਣਗੇ, ਕੱਢਣਾ ਪੈਣਾ ਹੈ। 850 ਸੋਸ਼ਲ ਮੀਡੀਆ ਦੌਰ 850 ਤੋਂ ਅਗਾਂਹ ਲੱਗਣਾ ਪੈਣਾ ਹੈ। ਇਹਨਾਂ ਨੂੰ 398 ਤੇ ਜਾਣਾ ਪੈਣਾ ਜਾਂ 475 ਤੇ ਜਾਵਣਾ। ਅਰੇ ਆ ਜੱਟ ਸਾਹਿਬ ਆ ਗਏ ਨੇ, ਅੱਧਾ ਜਨਾਬ ਸਮਾਨ ਬਣਾ ਕੇ ਬਾਹਰ ਲੋਕਾਂ ਬਾਕੀ ਦੋਸਤੋ ਅੱਜ ਮਾਸ਼ਾਅੱਲਾ ਜੀ ਗੱਲਬਾਤ ਕੀਤੀ ਆਸਫ ਖਿੱਚੀ ਸਾਹਿਬ ਨਾਲ ਸਾਡੇ ਨਾਲ ਡੀਲਰ ਵੀ ਮੌਜੂਦ ਸੀ। ਗੱਲਾਂ ਬਾਤਾਂ ਤੁਸੀਂ ਸੁਣੀਆਂ ਨੇ। ਬਾਕੀ ਤੁਹਾਡੀ ਜੋ ਵੀ ਰਾਏ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ। ਬਾਕੀ ਦੋਸਤੋ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਰਨੀ ਹੈ। ਓਕੇ ਜੀ, ਅੱਲਾ ਹਾਫਿਜ਼।